ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਖੀ ਬੀਬੀ ਰਜਨੀ ਜੀ। ਪੰਜਾਬ ਦੇ ਪੱਠੀ ਨਗਰ ਦੇ ਜੰਗੀਰਦਾਰ ਦੁਨੀ ਚੰਦ ਦੀਆਂ 5 ਪੁੱਤਰੀਆਂ ਸਨ। ਇਸ ਲਈ ਉਸ ਦੇ ਮਨ ਵਿੱਚ ਇੱਕ ਪੁੱਤ ਦੀ ਇੱਛਾ ਰਹਿੰਦੀ ਸੀ। ਇਸ ਦੇ ਲਈ ਉਹਨਾਂ ਨੇ ਕਈ ਅਨੁਸ਼ਠਾਨ ਕਰਵਾਏ, ਪਰ ਉਹਨਾਂ ਨੂੰ ਨਿਰਾਸ਼ਾ ਹੀ ਹੱਥ ਲੱਗੀ। ਪੁੱਤ ਦੇ ਸਥਾਨ ਉੱਤੇ ਪੁੱਤਰੀ ਹੀ ਜਨਮ ਲੈਂਦੀ ਰਹੀ। ਅੰਤ ਉਸ ਦਾ ਭਗਵਾਨ ਵੱਲੋਂ ਵਿਸ਼ਵਾਸ ਉੱਠ ਗਿਆ ਅਤੇ ਉਹ ਨਾਸਤਿਕ ਹੋ ਗਿਆ। ਉਸ ਨੇ ਸਮਰੱਥਾ ਦੇ ਅਨੁਸਾਰ 4 ਪੁੱਤਰੀਆਂ ਦਾ ਵਿਆਹ ਕਰ ਦਿੱਤਾ। ਜਦੋਂ ਛੋਟੀ ਪੁੱਤਰੀ ਦੇ ਵਰ ਦੀ ਖੋਜ ਹੋ ਰਹੀ ਸੀ ਤਾਂ ਉਹਨਾਂ ਦਿਨਾਂ ਉਸ ਦੀਆਂ ਹੋਰ 4 ਪੁੱਤਰੀਆਂ ਪੇਕੇ ਆਈਆਂ ਹੋਈਆਂ ਸਨ। ਉਹ ਸਾਰੀਆਂ ਮਿਲ ਕੇ ਆਪਣੇ ਪਿਤਾ ਦੀ ਪ੍ਰਸ਼ੰਸਾ ਕਰ ਰਹੀਆਂ ਸਨ ਕਿ ਉਹ ਬਹੁਤ ਵੱਡਾ ਦਾਤਾ ਹੈ। ਉਸ ਨੇ ਵਿਆਹ ਉੱਤੇ ਸਾਰੀਆਂ ਪੁੱਤਰੀਆਂ ਨੂੰ ਬਹੁਤ ਕੁਝ ਦਿੱਤਾ ਹੈ ਜੋ ਹੋਰ ਰਾਜੇ ਮਹਾਰਾਜੇ ਨਹੀਂ ਕਰ ਸਕਦੇ ਸਨ। ਇਸ ਉੱਤੇ ਛੋਟੀ ਕੁੜੀ ਜੋ ਹੁਣੇ ਕੰਵਾਰੀ ਸੀ, ਉਸ ਨੇ ਕਿਹਾ, ਇਹ ਸੱਚ ਨਹੀਂ ਹੈ। ਸਭ ਕੁਝ ਦੇਣ ਵਾਲਾ ਤਾਂ ਉਹ ਕਿਸਮਤ ਵਿਧਾਤਾ ਜਾਣੀ ਕਿ ਈਸ਼ਵਰ ਵਾਹਿਗੁਰੂ ਹੈ। ਸਾਡੇ ਪਿਤਾ ਤਾਂ ਕੇਵਲ ਇੱਕ ਸਾਧਨ ਮਾਤਰ ਹਨ। ਇਸ ਉੱਤੇ ਹੋਰ ਭੈਣਾਂ ਸਹਿਮਤ ਨਹੀਂ ਹੋਈਆਂ ਅਤੇ ਉਹਨਾਂ ਵਿੱਚ ਮਤਭੇਦ ਹੋ ਗਿਆ ਅਤੇ ਸਭ ਭੈਣਾਂ ਕਹਿਣ ਲੱਗੀਆਂ, ਇਹ ਪਿਤਾ ਦੇ ਉਪਕਾਰ ਨਹੀਂ ਮੰਨਦੀ, ਇਸ ਲਈ ਸਾਨੂੰ ਇਸ ਦਾ ਬਹਿਸ਼ਕਾਰ ਕਰਨਾ ਚਾਹੀਦਾ ਹੈ। ਇਹ ਗੱਲ ਜਦੋਂ ਪਿਤਾ ਜੰਗੀਰਦਾਰ ਦੁਨੀ ਚੰਦ ਨੂੰ ਪਤਾ ਲੱਗੀ ਤਾਂ ਉਹ ਛੋਟੀ ਧੀ ਰਜਨੀ ਉੱਤੇ ਬਰਸ ਪਿਆ ਅਤੇ ਕਹਿਣ ਲੱਗਾ, ਮੈਂ ਤੈਨੂੰ ਬੇਟਿਆਂ ਦੀ ਤਰ੍ਹਾਂ ਪਾਲਿਆ ਹੈ ਅਤੇ ਹਰ ਪ੍ਰਕਾਰ ਦਾ ਸੁੱਖ ਸਹੂਲਤ ਦਿੱਤੀ ਹੈ, ਪਰ ਇੱਕ ਤੂੰ ਹੈ ਕਿ ਲੂਣ ਹਰਾਮ ਵਰਗੀਆਂ ਗੱਲਾਂ ਕਰ ਰਹੀ ਹੈ। ਮੈਂ ਤੈਨੂੰ ਤੇ ਤੇਰੇ ਭਗਵਾਨ ਨੂੰ ਵੇਖ ਲਵਾਂਗਾ, ਉਹ ਤੇਰਾ ਕਿਸ ਪ੍ਰਕਾਰ ਪਾਲਣ ਪੋਸ਼ਣ ਕਰਦਾ ਹੈ। ਰਜਨੀ ਪਿਤਾ ਦੇ ਕ੍ਰੋਧ ਵੱਲੋਂ ਵਿਚਲਿਤ ਨਹੀਂ ਹੋਈ, ਕਿਉਂਕਿ ਉਹ ਨਿਤ ਸਾਧ ਸੰਗਤ ਵਿੱਚ ਜਾਂਦੀ ਸੀ ਅਤੇ ਉੱਥੇ ਗੁਰਬਾਣੀ ਸੁਣਿਆ ਕਰਦੀ ਸੀ, ਪੜ੍ਹਾਈ ਕਰਦੀ ਰਹਿੰਦੀ ਸੀ। ਉਸ ਦੇ ਦਿਲ ਵਿੱਚ ਪਰਮ ਸ਼ਰਧਾ ਸੀ ਕਿ ਸਭ ਦੇਣ ਵਾਲਾ ਈਸ਼ਵਰ ਵਾਹਿਗੁਰੂ ਹੀ ਹੈ। ਹੋਰ ਪ੍ਰਾਣੀ ਤਾਂ ਕੇਵਲ ਸਾਧਨ ਮਾਤਰ ਹਨ, ਜਿਵੇਂ ਕਿ ਕੋਈ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਦੇ ਝੂਠੇ ਕਰਤ ਦਿਵਾਚਾ। ਰਜਨੀ ਨੂੰ ਗੁਰਬਾਣੀ ਉੱਤੇ ਪੂਰਾ ਭਰੋਸਾ ਸੀ। ਉਹ ਆਪਣੀ ਵਿਚਾਰਧਾਰਾ ਉੱਤੇ ਦ੍ਰਿੜ ਰਹੀ। ਅੰਤ ਪਿਤਾ ਨੇ ਕ੍ਰੋਧ ਵਿੱਚ ਆ ਕੇ ਉਸ ਦਾ ਵਿਆਹ ਇੱਕ ਕੁਸ਼ਟ ਰੋਗੀ ਦੇ ਨਾਲ ਕਰ ਦਿੱਤਾ। ਹੁਣ ਰਜਨੀ ਆਪਣੇ ਕੁਸ਼ਟੀ ਵਿਕਲਾਂਗ ਪਤੀ ਨੂੰ ਇੱਕ ਛੋਟੀ ਜਿਹੀ ਗੱਡੀ ਵਿੱਚ ਬਿਠਾ ਕੇ ਰੱਸੀ ਨਾਲ ਖਿੱਚਦੇ ਹੋਏ ਪਿੰਡਾਂ ਵਿੱਚ ਨਗਰ ਨਗਰ ਘੁੰਮਣ ਲੱਗੀ ਅਤੇ ਭਿਕਸ਼ਾ ਮੰਗ ਕੇ ਗੁਜ਼ਾਰਾ ਬਸਰ ਕਰਨ ਲੱਗੀ। ਇਸ ਪ੍ਰਕਾਰ ਉਸ ਦੇ ਕਈ ਦਿਨ ਗੁਜ਼ਰ ਗਏ। ਇੱਕ ਦਿਨ ਉਹ ਘੁੰਮਦੇ ਘੁੰਮਦੇ ਨਵੇਂ ਨਗਰ ਦੇ ਬਾਹਰ ਨਿਰਵਾਣਧੀਨ ਸਰੋਵਰ ਦੇ ਕੰਢੇ ਆਰਾਮ ਕਰਨ ਲੱਗੀ। ਉਸ ਨੇ ਪਤੀ ਨੂੰ ਬੇਰੀ ਦੇ ਰੁੱਖ ਦੀ ਛਾਇਆ ਵਿੱਚ ਬਿਠਾ ਦਿੱਤਾ ਅਤੇ ਖੁਦ ਨਗਰ ਵਿੱਚ ਭਿਕਸ਼ਾ ਲੈਣ ਲਈ ਚਲੀ ਗਈ। ਉਸ ਦੇ ਜਾਣ ਦੇ ਪਸ਼ਚਾਤ ਜਦੋਂ ਪਤੀ ਨੇ ਵੇਖਿਆ ਕਿ ਕੁਝ ਪੰਛੀ ਬੇਰ ਦੇ ਰੁੱਖ ਉੱਤੇ ਬੈਠੇ ਹੋਏ ਹਨ, ਉਹ ਬਾਰੀ ਬਾਰੀ ਰੁੱਖ ਵੱਲੋਂ ਉਤਰ ਕੇ ਸਰੋਵਰ ਦੇ ਪਾਣੀ ਵਿੱਚ ਡੁਬਕੀ ਲਗਾਉਂਦੇ ਹਨ ਅਤੇ ਜਦੋਂ ਬਾਹਰ ਨਿਕਲਦੇ ਹਨ ਤਾਂ ਉਹਨਾਂ ਦਾ ਰੰਗ ਕਾਲਾ ਸਫੇਦ ਜਾਨੀ ਹੰਸ ਰੂਪੀ ਪੰਛੀ ਵਿੱਚ ਪਰਿਵਰਤਿਤ ਹੋ ਜਾਂਦਾ ਹੈ। ਸਰੋਵਰ ਦੇ ਪਾਣੀ ਵਿੱਚ ਚਮਤਕਾਰੀ ਸ਼ਕਤੀ ਨੂੰ ਵੇਖ ਕੇ ਉਸ ਦੇ ਮਨ ਵਿੱਚ ਇੱਛਾ ਉੱਠੀ ਕਿ ਕਿਉਂ ਨਾ ਉਹ ਇਸ ਸਰੋਵਰ ਵਿੱਚ ਇਸ਼ਨਾਨ ਕਰਕੇ ਵੇਖ ਲਵੇ, ਸ਼ਾਇਦ ਮੇਰੇ ਕੁਸ਼ਟ ਰੋਗ ਦਾ ਨਾਸ਼ ਹੋ ਜਾਵੇ।
ਇਹ ਵਿਚਾਰ ਆਉਂਦੇ ਹੀ ਉਸਨੇ ਜ਼ੋਰ ਲਗਾ ਕੇ ਹੌਲੀ ਹੌਲੀ ਰੇਂਗਦੇ ਹੋਏ ਸਰੋਵਰ ਵਿੱਚ ਜਾ ਕੇ ਡੁਬਕੀ ਲਗਾਈ। ਕੁਦਰਤ ਦਾ ਹੈਰਾਨੀਜਨਕ ਚਮਤਕਾਰ ਹੋਇਆ ਅਤੇ ਪਲ ਭਰ ਵਿੱਚ ਕੁਸ਼ਤੀ ਪੂਰਨ ਨਿਰੋਗੀ ਪੁਰਖ ਵਿੱਚ ਪਰਿਵਰਤਿਤ ਹੋ ਗਿਆ। ਹੁਣ ਉਹ ਰਜਨੀ ਦੇ ਪਰਤਣ ਦੀ ਉਡੀਕ ਕਰਨ ਲੱਗਾ। ਜਦੋਂ ਰਜਨੀ ਵਾਪਸ ਆਈ ਤਾਂ ਉਸਨੇ ਉੱਥੇ ਕੁਸ਼ਤੀਪਤੀ ਨੂੰ ਨਹੀਂ ਪਾ ਕੇ ਇੱਕ ਤੰਦਰੁਸਤ ਜਵਾਨ ਨੂੰ ਦੇਖਿਆ ਜੋ ਆਪਣੇ ਆਪ ਨੂੰ ਉਸਦਾ ਪਤੀ ਦੱਸ ਰਿਹਾ ਸੀ। ਤਾਂ ਰਜਨੀ ਨੂੰ ਵਿਸ਼ਵਾਸ ਨਹੀਂ ਹੋਇਆ ਅਤੇ ਉਹ ਉਸ ਉੱਤੇ ਆਪਣੇ ਪਤੀ ਨੂੰ ਬੇਪਤਾ ਗਾਇਬ ਕਰਨ ਦਾ ਇਲਜ਼ਾਮ ਲਗਾਉਣ ਲੱਗੀ। ਦੋਨਾਂ ਵਿੱਚ ਇਸ ਗੱਲ ਉੱਤੇ ਭਿਆਨਕ ਤਕਰਾਰ ਸ਼ੁਰੂ ਹੋ ਗਈ, ਜਿਸ ਨੂੰ ਸੁਣ ਕੇ ਨਗਰ ਨਿਵਾਸੀ ਇਕੱਠੇ ਹੋ ਗਏ। ਇਸ ਝਗੜੇ ਦਾ ਨੀਆਂ ਵਿਅਕਤੀ ਸਧਾਰਨ ਦੇ ਵੱਸ ਦਾ ਨਹੀਂ ਸੀ। ਅੰਤ ਉਹਨਾਂ ਨੇ ਸੁਝਾਅ ਦਿੱਤਾ, ਤੁਸੀਂ ਦੋਨੋਂ ਬਾਬਾ ਬੁੱਢਾ ਜੀ ਕੋਲ ਜਾਵੋ, ਕਿਉਂਕਿ ਉਹੀ ਇਸ ਸਰੋਵਰ ਦੀ ਕਾਰਜ ਦੀ ਦੇਖਭਾਲ ਕਰ ਰਹੇ ਹਨ। ਅਜਿਹਾ ਹੀ ਕੀਤਾ ਗਿਆ। ਬਾਬਾ ਬੁੱਢਾ ਜੀ ਨੇ ਦੋਨਾਂ ਦੀ ਗੱਲ ਧਿਆਨ ਨਾਲ ਸੁਣੀ ਅਤੇ ਜਵਾਨ ਵੱਲੋਂ ਕਿਹਾ, ਧਿਆਨ ਨਾਲ ਵੇਖੋ, ਕਿਤੇ ਪੁਰਾਣਾ ਕੁਸ਼ਟ ਰੋਗ ਬਾਕੀ ਰਹਿ ਗਿਆ ਹੋਵੇ। ਤਾਂ ਉਸ ਜਵਾਨ ਨੇ ਦੱਸਿਆ ਕਿ ਦਾਹਿਨੇ ਹੱਥ ਦੀਆਂ ਉਂਗਲਾਂ ਦਾ ਅੱਗੇ ਦਾ ਭਾਗ ਹੁਣ ਵੀ ਕੁਸ਼ਟ ਰੋਗ ਵੱਲੋਂ ਪ੍ਰਭਾਵਿਤ ਹੈ, ਕਿਉਂਕਿ ਇਸ ਹੱਥ ਵੱਲੋਂ ਇੱਕ ਝਾੜੀ ਨੂੰ ਫੜ ਕੇ ਡੁਬਕੀ ਲਗਾਈ ਸੀ। ਬਾਬਾ ਬੁੱਢਾ ਜੀ ਨੇ ਦੋਨਾਂ ਨੂੰ ਉਸ ਸਥਾਨ ਉੱਤੇ ਲੈ ਕੇ ਆਏ ਅਤੇ ਜਵਾਨ ਨੂੰ ਹੱਥ ਸਰੋਵਰ ਵਿੱਚ ਪਾਉਣ ਲਈ ਕਿਹਾ। ਵੇਖਦੇ ਹੀ ਵੇਖਦੇ ਬਾਕੀ ਦੇ ਕੁਸ਼ਟ ਦੇ ਚਿੰਨ੍ਹ ਵੀ ਲੁਪਤ ਹੋ ਗਏ। ਇਸ ਪ੍ਰਮਾਣ ਵੇਖ ਕੇ ਰਜਨੀ ਸੰਤੁਸ਼ਟ ਹੋ ਗਈ ਅਤੇ ਦੋਨੋਂ ਖੁਸ਼ੀ ਨਾਲ ਜੀਵਨ ਬਤੀਤ ਕਰਨ ਲੱਗੇ। ਇਸ ਸਥਾਨ ਉੱਤੇ ਦੁੱਖ ਭੰਜਨੀ ਬੇਰੀ ਦੇ ਨਾਮ ਵੱਲੋਂ ਜਾਣਿਆ ਜਾਂਦਾ ਹੈ, ਜੋ ਕਿ ਅੱਜ ਕੱਲ੍ਹ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਸਥਿਤ ਹੈ। ਵਾਹਿਗੁਰੂ ਜੀ ਕਾ ਖਾਲਸਾ,